ਅੱਜ ਮਿਲਦੀ ਜੁਲਦੀ ਹੈ क्योंकि हरी क्रांति तो पहला साडा जिहड़ा किसान ते साडा मजदूर हुंदा तां इन्हां दी आपस विच जुड़दियां पईयां हुंदियां क्योंकि किसान ते मजदूर आपस विच भरावो गुआरा साडे घरे आउंदा कपाह भी साडे घरे आउंदा मक्की भी साडे घरे आउंदी भरावो जिन्नियां भी फसलां ने जिहड़ी सारियां सारियां ਉਹ ਸਾਡੇ ਖੇਤਾਂ ਦੇ ਵਿੱਚ ਉਗਾਈਆਂ ਜਾਂਦੀਆਂ ਦੀਆਂ ਪਰ ਇਹ ਜਿਹੜੀਆਂ ਸਰਕਾਰਾਂ ਜਿਹੜੇ ਕਹਿੰਦੇ ਸੀ ਹਰੀ ਕ੍ਰਾਂਤੀ ਲਿਆਉਣੀ ਹੈ ਇਸੇ ਹਰੀ ਕ੍ਰਾਂਤੀ ਰਾਹੀਂ ਆ ਲੋਕਾਂ ਦੀ ਜਿਹੜੀ ਜੂਨ ਹੈ ਅਸੀਂ ਕਹਿੰਦੇ ਇਹ ਬਦਲ ਦੇਣੀ ਹੈ ਪਰ ਨੌਜਵਾਨਾਂ ਦਾ ਇੱਕ ਜਿੰਦਾਬਾਦ 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 ਸਾਡੇ ਹੱਕ ਇੱਥੇ ਰੱਖੋ ਵੀ ਤੁਸੀਂ ਆਪਾਂ जिंदाबाद 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 भारतीय किसान यूनियन एकता घराना जिंदाबाद 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 किसान मजदूरों का एकता जिंदाबाद जिंदाबाद जिंदाबाद। मेरा नाम राजविंदर सिंह है जी, पेदनी कलां तो। ਤੁਸੀਂ ਇੱਥੇ ਮੁਲਾਜ਼ਮ ਹੋ ਪਲਾਜ਼ੇ ਤੇ? ਹਾਂਜੀ, ਸਾਨੂੰ ਮੈਨੂੰ ਇੱਥੇ ਕੰਮ ਕਰਦਿਆਂ ਨੂੰ 7 ਸਾਲ ਦਾ ਸਮਾਂ ਹੋ ਗਿਆ ਜੀ ਤੇ 7 ਸਾਲ ਤੋਂ ਹੀ ਅਸੀਂ ਇੱਥੇ ਕੰਮ ਕਰ ਰਹੇ ਸੀਗੇ। ਕੀ ਜਦੋਂ ਟੋਲ ਪਲਾਜ਼ੇ ਦੀ ਬੁਨਿਆਦ ਖਤਮ ਹੋ ਗਈ, ਬੰਦ ਆਉਣ ਦੇ ਕਗਾਰ ਤੇ ਸੀਗਾ ਟੋਲ ਪਲਾਜ਼ਾ, ਤੁਹਾਨੂੰ ਕਿਸੇ ਮੁਲਾਜ਼ਮ ਨੂੰ ਪ੍ਰਸ਼ਾਸਨ ਤੁਹਾਡੇ ਅਧਿਕਾਰੀ ਉੱਚ ਅਧਿਕਾਰੀ ਵੱਲੋਂ ਤੁਹਾਨੂੰ ਕੋਈ ਸੂਚਨਾ ਦਿੱਤੀ ਗਈ ਇਸ ਸੰਬੰਧ ਦੇ ਵਿੱਚ? ਦੇਖੋ ਜੀ, 7 ਸਾਲਾਂ ਤੋਂ ਅਸੀਂ ਇੱਥੇ ਕੰਮ ਕਰਦੇ ਆ ਰਹੇ ਹਾਂ। ਤਕਰੀਬਨ 25 ਤੋਂ 30 ਦੇ ਵਿਚਕਾਰ ਅਸੀਂ ਜਿਹੜੇ ਲੋਕਲ ਸਟਾਫ ਦੇ ਅਸੀਂ ਇੱਥੇ ਮੁਲਾਜ਼ਮ ਆ ਤੇ ਸਾਨੂੰ ਪਤਾ ਸੀ ਕਿ 7 ਸਾਲ ਦਾ ਐਗਰੀਮੈਂਟ ਇਹ ਸਰਕਾਰ ਨਾਲ ਹੋਇਆਗਾ ਤੇ ਪਰ ਇੱਥੇ ਦੀ ਜਿਹੜੀ ਮੈਨੇਜਮੈਂਟ ਆ ਗਾਊਟ ਕੰਟਰੈਕਸ਼ਨ ਦੇ ਜਿਹੜੇ ਉੱਚ ਅਧਿਕਾਰੀ ਇੱਥੇ GM PM ਬਿਠਾਏ ਆ ਉਹਨਾਂ ਨੇ ਸਾਨੂੰ ਟੋਲ ਪਲਾਜ਼ਾ ਦੀ ਜਿਹੜੀ ਮਿਆਦ 4 ਤਰੀਕ ਨੂੰ ਖਤਮ ਹੁੰਦੀ ਸੀ ਤਾਂ ਸਾਨੂੰ ਉਹਨਾਂ ਨੇ 2 ਮਹੀਨੇ ਪਹਿਲਾਂ ਕੀ ਕਿਹਾ ਕਿ ਤੁਸੀਂ ਆਪਣੇ ਕੋਲੇ 1.5 ਸਾਲ ਦਾ ਜਿਹੜਾ ਸਮਾਂ ਆਪਾਂ ਨੂੰ ਮਿਲ ਗਿਆ, ਤੁਸੀਂ ਕਿਸੇ ਦੀਆਂ ਅਫਵਾਹਾਂ 'ਚ ਨਾ ਹੋ ਤੇ ਚੁੱਪ ਕਰਕੇ ਤੁਸੀਂ ਆਪਣੇ ਇਸ ਰੁਜ਼ਗਾਰ ਤੇ ਲੱਗੇ ਰਹੋ, ਤੁਹਾਨੂੰ ਕਿਤੇ ਕੰਮ ਲੱਭਣ ਦੀ ਜ਼ਰੂਰਤ ਨਹੀਂ। ਸੋ ਉਸ ਤੋਂ ਬਾਅਦ ਜੀ ਜਦੋਂ 1 ਤਰੀਕ ਆਈ ਤਾਂ ਅਫਵਾਹਾਂ ਆਲੇ ਦੁਆਲੇ ਤੋਂ ਗੱਲਾਂ ਹੋਣ ਲੱਗ ਗਈਆਂ ਕਿ ਪਲਾਜ਼ਾ ਬੰਦ ਹੋਣਾ। ਤਾਂ ਅਸੀਂ ਇਹਨਾਂ ਨੂੰ ਪੁੱਛਿਆ ਦੁਬਾਰਾ ਕਿ ਜੀ 4 ਤਰੀਕ ਨੂੰ ਪਲਾਜ਼ਾ ਬੰਦ ਹੋਣਾ, ਤੁਸੀਂ ਸਾਨੂੰ ਕੋਈ ਨੋਟੀਫਿਕੇਸ਼ਨ ਜਾਂ ਕੋਈ ਮੈਸੇਜ ਤਾਂ ਦਿੰਦੇ। ਤਾਂ ਇਹਨਾਂ ਨੇ ਕਿਹਾ ਤੁਹਾਨੂੰ ਕੌਣ ਕਹਿੰਦਾ, ਤੇ ਆਪਣੇ ਕੋਲੇ ਰਿਟਰਨ ਦੇ ਵਿੱਚ ਆਇਆ ਹੋਇਆ ਕਿ ਆਪਾਂ ਨੂੰ 1.5 ਸਾਲ ਦਾ ਜਿਹੜਾ ਸਮਾਂ ਉਹ ਹੋਰ ਮਿਲ ਗਿਆ, ਤੁਹਾਨੂੰ ਕਿਤੇ ਵੀ ਹੁਣ ਵੀ ਅਸੀਂ ਇਹੀ ਕਹਿੰਦੇ ਕਿ ਤੁਹਾਨੂੰ ਕੰਮ ਲੱਭਣ ਦੀ ਕਿਤੇ ਜ਼ਰੂਰਤ ਨਹੀਂ ਹੈਗੀ। ਤਾਂ ਇਹਨਾਂ ਨੇ ਸਾਨੂੰ ਉਸ ਵਿਸ਼ਵਾਸ ਦੇ ਵਿੱਚ ਰੱਖ ਕੇ ਅਸੀਂ ਫਿਰ ਵੀ ਅਸੀਂ ਕੰਮ ਕਰੀਏ 4 ਤਰੀਕ ਨੂੰ। ਪਰ 12 ਵਜੇ ਜਦੋਂ ਪਲਾਜ਼ਾ ਬੰਦ ਹੋਇਆ ਤਾਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਇਹ ਤਾਂ ਪਲਾਜ਼ਾ ਬੰਦ ਹੋ ਗਿਆ ਜੀ, ਹੁਣ ਅਸੀਂ ਕਿੱਧਰ ਜਾਈਏ? ਵੀ ਤੁਹਾਡੇ ਕੋਲੇ ਤੁਸੀਂ ਤਾਂ ਵਿਸ਼ਵਾਸ ਨਾਲ ਕਹਿੰਦੇ ਸੀ ਆਪਾਂ ਨੂੰ 1.5 ਸਾਲ ਦਾ ਐਗਰੀਮੈਂਟ ਮਿਲ ਗਿਆ। ਇਹ ਕਹਿੰਦੇ ਨਾ ਜੀ ਆਪਣੇ ਕੋਲੇ ਕੋਈ ਰਿਟਰਨ 'ਚ ਕੋਈ ਆਇਆ ਨਹੀਂ, ਤਾਂ ਇਹ ਪਲਾਜ਼ਾ ਤਾਂ ਜੀ ਹੁਣ CM ਸਾਹਿਬ ਨੇ ਬੰਦ ਕਰਾਤਾ। ਅਸੀਂ ਇਹਨਾਂ ਨੂੰ ਪੁੱਛਿਆ ਵੀ ਹੁਣ ਅਸੀਂ ਕਿੱਥੇ ਜਾਈਏ ਜੀ? ਫਿਰ ਅਸੀਂ ਤੁਹਾਡੇ ਵਿਸ਼ਵਾਸ ਦੇ ਵਿੱਚ ਅਸੀਂ ਆ ਕੇ ਇੱਥੇ ਲੱਗੇ ਰਹੇ, ਅਸੀਂ ਕਿਤੇ ਵੀ ਕੰਮ ਦੀ ਦੇਖਭਾਲ ਨਹੀਂ ਕਰੀ। ਤਾਂ ਇਹ ਉਹਨਾਂ ਤੋਂ ਗੱਲਾਂ ਤੋਂ ਸਾਰੀਆਂ ਤੋਂ ਮੁਨਕਰ ਹੋ ਗਏ। ਇਹਨਾਂ ਨੇ ਸਾਨੂੰ ਟਾਲ ਮਟੋਲ ਕਰਨਾ ਸ਼ੁਰੂ ਕਰਤਾ ਤੇ ਫਿਰ ਅਸੀਂ ਜਦੋਂ ਨਾਅਰੇਬਾਜ਼ੀ ਕੀਤੀ ਤਾਂ ਅਸੀਂ ਇਹ ਜਿਹੜਾ ਦੁੱਖ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਅੱਗੇ ਦੱਸਿਆ। ਤਾਂ ਜਿਹੜੀ ਰੂਲ ਦੇ ਮੁਤਾਬਕ, ਇੱਕ ਲਾ ਦੇ ਮੁਤਾਬਕ ਜਦੋਂ ਕੋਈ ਵੀ ਮੁਲਾਜ਼ਮ ਟੋਲ ਤੋਂ ਹਟਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਉਹਨੂੰ 3 ਮਹੀਨੇ ਪਹਿਲਾਂ ਇਹਨਾਂ ਨੂੰ ਕੰਪਨੀ ਨੂੰ ਨੋਟਿਸ ਦੇਣਾ ਪੈਂਦਾ ਹੈ ਕਿ ਹਾਂਜੀ ਮੈਂ ਹਟ ਰਿਹਾ, ਰਿਜ਼ਾਈਨ ਦੇਣਾ ਪੈਂਦਾ ਤੇ 3 ਮਹੀਨੇ ਪਹਿਲਾਂ ਨੋਟਿਸ ਦੇਣਾ ਪੈਂਦਾ। ਇਸੇ ਤਰ੍ਹਾਂ ਹੀ ਕੰਪਨੀ ਦਾ ਵੀ ਲਾ ਇਹੀ ਹੈ ਕਿ ਕੰਪਨੀ ਦੇ ਲਈ ਵੀ ਉਹੀ ਲਾ ਹੈ ਕਿ ਕੰਪਨੀ ਨੂੰ 3 ਮਹੀਨੇ ਪਹਿਲਾਂ ਮੁਲਾਜ਼ਮਾਂ ਨੂੰ ਨੋਟਿਸ ਦੇਣਾ ਪੈਂਦਾ ਹੈ ਕਿ ਤੁਸੀਂ ਕੰਪਨੀ ਇੱਥੋਂ ਬੰਦ ਹੋ ਰਹੀ ਹੈ ਜਾਂ ਕੰਪਨੀ ਦਾ ਕੋਈ ਵੀ ਸਿਸਟਮ ਆ ਜੋ ਉਸ ਤਰ੍ਹਾਂ ਦਾ 3 ਮਹੀਨੇ ਪਹਿਲਾਂ ਇਹਨਾਂ ਨੂੰ ਨੋਟਿਸ ਦੇਣਾ ਪੈਂਦਾ, ਜੋ ਕਿ ਇਹਨਾਂ ਨੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਜਾਰੀ ਕੀਤਾ। ਤਾਂ ਉਸ ਰੋਸ ਦੇ ਵਿੱਚ ਕਿ ਤੁਸੀਂ ਨੇ ਸਾਡੇ ਨਾਲ ਵਿਸ਼ਵਾਸ ਕੀਤਾ, ਉਸ ਅਸੀਂ ਰੋਸ ਦੇ ਵਜੋਂ ਅੱਜ ਸਾਨੂੰ ਇੱਥੇ ਬੈਠਿਆਂ ਨੂੰ ਇਹਨਾਂ ਨੇ 7 ਦਿਨ ਮੰਗੇ ਸੀ। ਭਾਰਤੀ ਕਿਸਾਨ ਜਥੇਬੰਦੀ ਗਰਾਹਾਂ ਦੇ ਅਸੀਂ ਹਮਾਇਤ ਦੇ ਨਾਲ ਇੱਥੇ ਧਰਨਾ ਲਾਇਆ। 7 ਦਿਨ ਹੋ ਗਏ ਤੇ ਨਾ ਹੀ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਕੋਈ ਆਪਣੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਕੋਲੇ ਪਹੁੰਚਿਆ। ਦੁੱਖ ਦੀ ਗੱਲ ਇਹੀ ਹੈ ਜੀ, ਵਾਰ-ਵਾਰ ਇਹ ਆ ਰਹੀ ਹੈ ਕਿ ਅਸੀਂ CM ਸਾਹਿਬ ਦੇ ਸਿਟੀ 'ਚ ਬੈਠੇ ਹਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। 7 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਸਾਡੇ ਕੋਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ, ਕੋਈ ਵੀ ਸਾਡੀ ਆਪਣੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲੇ ਸਾਡੀ ਸਾਰ ਲੈਣ ਨਹੀਂ ਪਹੁੰਚਿਆ। CM ਸਾਹਿਬ ਬੰਦ ਕਰਵਾਉਣ ਆ ਗਏ, ਹੋਣਾ ਸੀਗਾ ਜੀ, ਮਿਤੀ ਤਰੀਕ ਸੀ, ਬੰਦ ਕਰਵਾਉਣ ਆ ਗਏ। ਪਰ ਉਸ ਦਿਨ ਉਹਨਾਂ ਨੇ ਇੱਕ ਵਾਰ ਨਹੀਂ ਪੁੱਛਿਆ ਕਿ ਇੱਥੇ ਲੋਕਲ ਸਟਾਫ ਕਿੰਨਾ ਗਾ ਤੇ
ਉਹਨਾਂ ਨੂੰ ਕੋਈ ਐਡਜਸਟਮੈਂਟ ਕਰਾਇਆ ਜਾਵੇ ਤਾਂ ਸਾਡੀ ਸੀਐਮ ਸਾਹਿਬ ਅੱਗੇ ਹੀ ਬੇਨਤੀ ਹੈ ਤੇ ਪ੍ਰਸ਼ਾਸਨ ਅੱਗੇ, ਤੇ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਸਾਡੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਸਾਨੂੰ ਕੋਈ ਜੌਬ ਜਿਸ ਦੀ ਯੋਗਤਾ ਮੁਤਾਬਕ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ। ਤੇ ਮੈਨੇਜਮੈਂਟ ਨੂੰ ਅੱਜ ਸਾਡੀ ਇਹ ਅਪੀਲ ਹੈ ਕਿ ਸਾਡੀ ਭਾਰਤੀ ਕਿਸਾਨ ਜਥੇਬੰਦੀ ਉਗਰਾਹਾਂ, ਅੱਜ ਜੇਕਰ ਤੁਸੀਂ ਸਾਡੇ ਹੱਕ 'ਚ ਕੋਈ ਫੈਸਲਾ ਨਹੀਂ ਦਿੰਦੇ ਤਾਂ ਅਸੀਂ ਭਾਰਤੀ ਕਿਸਾਨ ਜਥੇਬੰਦੀ ਉਗਰਾਹਾਂ ਦੀ ਹਮਾਇਤ ਦੇ ਨਾਲ ਤਿੱਖਾ ਵਿਰੋਧ ਕਰਾਂਗੇ ਔਰ ਉਸ ਦੇ ਲਈ ਸਾਨੂੰ ਜੋ ਵੀ ਕਦਮ ਚੱਕਣਾ ਪਿਆ ਅਸੀਂ ਚੱਕਾਂਗੇ। ਹੋ ਸਕਦਾ ਇੱਥੋਂ ਤੱਕ ਕਿ ਅਸੀਂ ਰੋਡ ਵੀ ਜਾਮ ਕਰ ਸਕਦੇ ਹਾਂ। ਧੰਨਵਾਦ ਜੀ। ਕਿੰਨੇ ਮੁਲਾਜ਼ਮ ਮੇਰਾ ਨਾਮ ਸੰਦੀਪ ਕੌਰ ਆ ਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਟੋਲ ਤੇ ਰੋਡ ਨੌਕਰੀ ਕਰਦੇ ਹੋ? ਮੈਨੂੰ ਇੱਥੇ 1 ਸਾਲ ਹੋ ਗਿਆ ਜੀ ਜੌਬ ਕਰਦੀ ਨੂੰ ਜੀ। ਇਹ ਜਦੋਂ ਟੋਲ ਬੰਦ ਕਰਨ ਦੇ ਕਗਾਰ ਤੇ ਆਇਆ, ਤੁਹਾਨੂੰ ਕੋਈ ਕਿਸੇ ਕਿਸਮ ਦਾ ਨੋਟਿਸ ਵਗੈਰਾ ਦਿੱਤਾ ਗਿਆ ਸਰਕਾਰ ਵੱਲੋਂ ਜਾਂ ਟੋਲ ਦੇ ਉੱਚ ਅਧਿਕਾਰੀਆਂ ਵੱਲੋਂ? ਨਹੀਂ ਸਰ, ਸਾਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ, ਬਲਕਿ ਸਾਨੂੰ ਜੋ ਅਸੀਂ ਸੁਣ ਰਹੇ ਸੀ ਲੋਕਾਂ ਤੋਂ ਵੀ ਇਹ ਟੋਲ ਬੰਦ ਹੋਣ ਵਾਲਾ, ਇਹਦਾ ਕੰਟਰੈਕਟ ਖਤਮ ਹੋਣ ਵਾਲਾ, ਸਾਨੂੰ ਇਹ ਚੀਜ਼ ਸੁਣੀ ਤਾਂ ਇਹਨਾਂ ਨੇ ਸਾਨੂੰ ਸਪੈਸ਼ਲ ਸੱਦ ਕੇ ਕੰਟਰੋਲ ਰੂਮ 'ਚ ਇਹ ਗੱਲ ਆਖੀ ਵੀ ਕਿਸੇ ਦੀਆਂ ਅਫਵਾਹਾਂ 'ਤੇ ਨਾ ਜਾਓ, ਆਪਾਂ ਨੂੰ 1.5 ਸਾਲ ਦਾ ਹੋਰ ਕੰਟਰੈਕਟ ਮਿਲ ਗਿਆ, ਆਪਣਾ ਟੋਲ 1.5 ਸਾਲ ਹੋਰ ਚੱਲੂਗਾ। ਅਸੀਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਕਿਉਂ ਕਰਕੇ ਅਸੀਂ ਕੰਪਨੀ 'ਚ ਕੰਮ ਕਰਦੇ ਸੀਗੇ, ਇੰਨਾ ਚਿਰ ਦੇ ਮੁਲਾਜ਼ਮ ਸੀ, ਸਾਨੂੰ ਇਹ ਤਾਂ ਨਹੀਂ ਸੀਗਾ ਵੀ ਸਾਡੀ ਕੰਪਨੀ ਸਾਨੂੰ ਧੋਖਾ ਦੇਊਗੀ। ਅਸੀਂ ਨੇ ਇਹਨਾਂ ਤੇ ਇਸ ਚੀਜ਼ ਦਾ ਵਿਸ਼ਵਾਸ ਕੀਤਾ, ਪਰ ਅਚਾਨਕ ਜਦੋਂ ਅਸੀਂ ਸੁਬਾਹ ਆਏ 4 ਤਰੀਕ ਨੂੰ, ਸਾਡੀ ਸ਼ਿਫਟ 8 ਵਜੇ ਸਟਾਰਟ ਹੁੰਦੀ ਆ, ਅਸੀਂ 7 ਵਜੇ ਆਏ ਤਾਂ ਇੱਥੇ ਕਾਫੀ ਇਕੱਠ ਹੋ ਰਿਹਾ ਸੀ। ਇਹਨਾਂ ਨੇ ਸਾਨੂੰ ਉਦੋਂ ਵੀ ਇਹ ਗੱਲ ਨਹੀਂ ਦੱਸੀ ਵੀ ਆਪਣਾ ਅੱਜ ਟੋਲ ਬੰਦ ਹੋਊਗਾ। ਉਸ ਟਾਈਮ ਵੀ ਇਹ ਸਾਨੂੰ ਅੱਜ ਇਹ ਗੱਲ ਕਹਿ ਰਹੇ ਨੇ ਵੀ ਅੱਜ ਸੀਐਮ ਸਾਹਿਬ ਆਣਗੇ, ਉਹ ਐਲਾਨ ਕਰਨਗੇ ਵੀ ਕੀ ਹੋਊਗਾ, ਟੋਲ ਅੱਗੇ ਚੱਲੂਗਾ ਬੰਦ ਹੋਊਗਾ। ਉਸ ਟਾਈਮ ਵੀ ਇਹਨਾਂ ਨੇ ਸਾਨੂੰ ਧੋਖੇ 'ਚ ਰੱਖਿਆ। ਅਚਾਨਕ ਹੀ ਜਦੋਂ ਸੀਐਮ ਸਾਹਿਬ ਆ ਗਏ, ਸਾਨੂੰ ਲਾਈਨਾਂ 'ਚੋਂ ਬੁਲਾ ਕੇ ਸੱਦ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਆਪਣਾ ਟੋਲ ਬੰਦ ਹੋ ਗਿਆ। ਐਟ ਏ ਟਾਈਮ ਹੁਣ ਆਪਾਂ ਨੂੰ ਕੋਈ ਕਹਿ ਦੇਵੇ ਵੀ ਆਹ ਕੰਮ ਆਏ ਹੋ ਗਿਆ, ਆਪਾਂ ਨੂੰ ਝਟਕਾ ਲੱਗੂਗਾ। ਸੁਣ ਕੇ ਸਾਨੂੰ ਬਹੁਤ ਝਟਕਾ ਲੱਗਿਆ। ਉਸ ਤੋਂ ਬਾਅਦ ਅਸੀਂ ਨੇ ਇਹਨਾਂ ਨੂੰ ਇਹ ਗੱਲ ਆਖੀ, ਸਾਰਿਆਂ ਨੇ ਰਿਕੁਐਸਟ ਕੀਤੀ ਵੀ ਸਰ ਤੁਹਾਨੂੰ ਪਤਾ ਸਾਡੇ ਘਰ ਦੇ ਹਾਲਾਤਾਂ ਦਾ। ਅਸੀਂ ਨੇ ਇਹਨਾਂ ਤੋਂ ਰਿਕੁਐਸਟ ਕੀਤੀ ਸੀ ਵੀ ਸਾਨੂੰ ਤੁਸੀਂ ਪੇ ਦੇ ਦਿਓ 1 ਮਹੀਨੇ ਦੀ। ਇਹ ਸਾਨੂੰ ਕਹਿੰਦੇ ਵੀ ਸਾਡੇ ਹੱਥ 'ਚ ਕੁਛ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ ਹੈਗੇ, ਅਸੀਂ ਕੋਈ ਪੇ ਨਹੀਂ ਦੇ ਸਕਦੇ। ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਮੀਂਜ ਕੇ ਨਾ ਸਾਨੂੰ ਇਹ ਕਿਹਾ ਵੀ ਹਾਂ ਅਸੀਂ ਕੋਸ਼ਿਸ਼ ਕਰਾਂਗੇ, ਕੁਛ ਵੀ ਕਰਾਂਗੇ। ਉਸ ਤੋਂ ਬਾਅਦ ਫਿਰ ਸਾਨੂੰ ਮਜਬੂਰ ਹੋ ਕੇ ਸਰ ਧਰਨਾ ਲਾਉਣਾ ਪਿਆ ਜੀ। ਜਦੋਂ ਮੁੱਖ ਮੰਤਰੀ ਪੰਜਾਬ ਦੇ ਟੋਲ ਪਲਾਜ਼ਾ ਬੰਦ ਕਰਾਉਣ ਵਾਸਤੇ ਪਹੁੰਚੇ ਤਾਂ ਉਹਨਾਂ ਅੱਗੇ ਕੋਈ ਫਰਿਆਦ ਕੀਤੀ, ਸਾਡਾ ਕੀ ਬਣੂਗਾ? ਸਰ ਉਸ ਟਾਈਮ ਸਾਨੂੰ ਉਹਨਾਂ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ। ਕਹਿੰਦੇ ਉਸ ਟਾਈਮ ਇਹ ਸਾਨੂੰ ਇਹਨਾਂ ਨੇ ਇਹ ਗੱਲ ਕਹੀ ਵੀ ਤੁਹਾਡੀ ਕੌਣ ਸੁਣੂਗਾ, ਇੱਥੇ ਸੀਐਮ ਸਾਹਿਬ ਆਏ ਨੇ, ਤੁਹਾਨੂੰ ਤਾਂ ਨੇੜੇ ਵੀ ਨਹੀਂ ਜਾਣ ਦਿੱਤਾ ਜਾਣਾ। ਸਰ ਇਹਨਾਂ ਨੇ ਸਾਨੂੰ ਉਹਨਾਂ ਕੋਲੇ ਜਾਣ ਨਹੀਂ ਦਿੱਤਾ, ਪਰ ਸੀਐਮ ਸਰ ਇਹ ਐਲਾਨ ਕਰਕੇ ਗਏ ਨੇ ਵੀ ਜਿਹੜੇ ਬੱਚੇ ਇੱਥੇ ਬੇਰੁਜ਼ਗਾਰ ਹੋਣਗੇ ਉਹਨਾਂ ਨੂੰ ਡੀਸੀ ਰੇਟ ਤੇ ਰੱਖਿਆ ਜਾਊਗਾ। ਸਾਡੀ ਸੀਐਮ ਸਾਹਿਬ ਅੱਗੇ ਇਹ ਮੰਗ ਆ ਵੀ ਤੁਸੀਂ ਇਹ ਐਲਾਨ ਤਾਂ ਕਰ ਗਏ, ਹੁਣੇ ਆਪਦੇ ਐਲਾਨ ਤੇ ਤੁਸੀਂ ਖਰੇ ਵੀ ਉਤਰੋ ਜੋ ਤੁਸੀਂ ਫੈਸਲਾ ਸੁਣਾ ਕੇ ਗਏ ਹੋ। ਇਸ ਲਈ ਸਾਡੀ ਮੰਗ ਸੀਐਮ ਸਾਹਿਬ ਨੂੰ ਸਵੀਕਾਰ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਜੀ ਆਪਣਾ? ਹਰਪਾਲ ਸਿੰਘ ਪੇਦਨੀ ਕਲਾਂ। ਕਿਹੜੀ ਜਗ੍ਹਾ ਤੇ ਪਹੁੰਚੇ ਅੱਜ? ਅੱਜ ਅਸੀਂ ਟੋਲ ਪਲਾਜ਼ਾ ਵਾਲੀ ਜਗ੍ਹਾ ਤੇ ਬੈਠੇ ਹਾਂ, ਕਿਹੜਾ ਟੋਲ ਪਲਾਜ਼ਾ ਹੈ? ਜੇ ਲੱਡੇ ਵਾਲਾ ਟੋਲ ਪਲਾਜ਼ਾ। ਕੀ ਕਾਰਨ ਹੈ ਇੱਥੇ ਬੈਠਣ ਦਾ ਮੱਝ ਦਾ? ਕਿਉਂਕਿ ਜਿਹੜਾ ਇੱਥੋਂ ਦਾ ਮੁਲਾਜ਼ਮ ਤੇ ਲੱਗੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਵਾਲੇ ਨੇ ਇਹਨਾਂ ਨੂੰ ਧਲਾਸਾ ਦਿੱਤਾ ਵੀ ਅਸੀਂ 490 ਦਿਨ ਜਿਹੜਾ ਆਪਾਂ ਇਹ ਟੋਲ ਪਲਾਜ਼ਾ ਆਪਾਂ ਹੋਰ ਚਲਾਵਾਂਗੇ। ਇਹਨਾਂ ਨੂੰ ਜਿਹਦੀ ਵਿਸ਼ਵਾਸ ਦੇ ਵਿੱਚ ਲੈ ਲਿਆ ਮੁਲਾਜ਼ਮਾਂ ਨੂੰ, ਪਰ ਸਰਕਾਰ ਨੇ ਇੱਥੇ ਧੋਖਾ ਕੀਤਾ ਉਹਨਾਂ ਨਾਲ। ਜਿਹੜੇ ਟੋਲ ਪਲਾਜ਼ੇ ਵਾਲੇ ਨੇ ਉਹ ਕਹਿੰਦੇ ਵੀ ਸਰਕਾਰ ਨੇ ਸਾਡਾ ਤੋੜਿਆ, ਪਰ ਜਿਹਦੀ ਇਹਦੇ ਵਿੱਚ ਜਿਹੜੀ ਗੱਲ ਇਹ ਹੈ ਵੀ ਇਹ ਪਹਿਲਾਂ ਹੀ ਟੁੱਟਿਆ ਪਿਆ ਸੀਗਾ, ਇਹਦਾ ਪਤਾ ਸੀਗਾ ਸਾਰੇ ਲੋਕਾਂ ਨੂੰ। ਕਿਉਂਕਿ ਪਿੰਡਾਂ ਦੇ ਵਿੱਚ ਗੱਲਾਂ ਹੋ ਰਹੀਆਂ ਤੀਆਂ ਵੀ ਜਿਹੜਾ ਲੱਡੇ ਵਾਲਾ ਟੋਲ ਪਲਾਜ਼ਾ ਵੀ ਉਹ ਤਾਂ ਚੱਕਿਆ ਜਾਣਾ ਹੈ, ਪਰ ਇਹਨਾਂ ਨੇ ਜਿਹਦੀ ਮੁਲਾਜ਼ਮਾਂ ਨੂੰ ਧੋਖਾ ਕੀਤਾ, ਉਹਨਾਂ ਨੂੰ ਧੋਖੇ ਵਿੱਚ ਵਿਸ਼ਵਾਸ ਦਿਵਾਤਾ ਵੀ 490 ਦਿਨ ਚੱਲਣਾ ਹੈ, ਪਰ ਨਹੀਂ ਚੱਲਿਆ। ਇਸ ਕਰਕੇ ਹੁਣ ਜਿਹੜਾ ਇਹਨਾਂ ਨੇ ਇਹ ਤਾਂ ਪੱਟਦਾ, ਪਰ ਇੱਥੇ ਜਿਹੜੇ ਮੁਲਾਜ਼ਮ ਨੇ ਕੰਮ ਕਰਦੇ ਨੇ ਉਹਨਾਂ ਮੁਲਾਜ਼ਮਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਮੁਲਾਜ਼ਮ ਨੇ ਹੜਤਾਲ ਇਹ ਕੀਤੀ ਹੈ ਵੀ ਕਿਉਂਕਿ ਅੱਜ ਸਾਨੂੰ ਨੌਕਰੀ ਨਹੀਂ ਮਿਲਦੀ ਹੈਗੀ। ਜੇ ਕਹੀਏ ਸਾਨੂੰ ਘੱਟ ਤੋਂ ਘੱਟ 3-4 ਮਹੀਨੇ ਕੋਈ ਕੰਮ ਨਹੀਂ ਮਿਲਣਾ, ਵੀ ਅਸੀਂ ਵਿਹਲੇ ਫਿਰਾਂਗੇ। ਵੀ ਇਸ ਕਰਕੇ ਇਹਨਾਂ ਜਿਹੜੇ ਇਸ ਮੁਲਾਜ਼ਮ ਨੇ ਇਹਨਾਂ ਦੀ ਇਹ ਮੰਗ ਹੈ ਟੋਲ ਪਲਾਜ਼ੇ ਵਾਲਿਆਂ ਤੋਂ ਵੀ ਸਾਨੂੰ 3 ਮਹੀਨਿਆਂ ਦੀ ਜਿਹੜੀ ਸਾਡੀ ਤਨਖਾਹ ਸਾਡੇ ਖਾਤਿਆਂ ਵਿੱਚ ਪਾਈ ਜਾਵੇ, ਤਾਂ ਕਿ ਜਿਹੜਾ ਕੰਮ ਹੈ ਜਿਹੜਾ ਅਸੀਂ ਕੋਈ ਕੰਮ ਹੋਰ ਢੂੰਢ ਲਈਏ। ਕਿਉਂਕਿ ਥੋੜ੍ਹੀ ਤਨਖਾਹ ਹੈ, ਇਸ ਥੋੜ੍ਹੀ ਤਨਖਾਹ ਦੇ ਨਾਲ ਸਾਡਾ ਗੁਜ਼ਾਰਾ ਤਾਂ ਹੁੰਦਾ ਨਹੀਂ ਹੈਗਾ, ਪਰ ਫਿਰ ਵੀ ਪਰਿਵਾਰ ਦੇ ਵਿੱਚ ਜਿਹੜੀ ਸਾਡਾ ਮਾੜਾ ਮੋਟਾ ਜਿਹੜਾ ਦੇਤ ਲੈਤ ਹੁੰਦੀ ਹੈ ਉਹ ਹੋਈ ਜਾਂਦੀ ਆ। ਇਸ ਕਰਕੇ ਇਹ ਮੁਲਾਜ਼ਮਾਂ ਦੀ ਜਿਹੜੀ ਅੱਜ ਮੰਗ ਹੈ, ਇਹ ਮੰਗ ਹੈ ਵੀ ਸਾਨੂੰ 3 ਮਹੀਨਿਆਂ ਦੀ ਪੇ ਸਾਡੇ ਖਾਤਿਆਂ ਵਿੱਚ ਪਾਈ ਜਾਵੇ, ਤਾਂ ਕਿ ਅਸੀਂ ਜਿਹੜਾ ਅੱਗੇ ਆ ਕੰਮ ਅਸੀਂ ਉਸ ਨੂੰ ਢੂੰਢ ਸਕੀਏ। ਕਿੰਨੇ ਦਿਨ ਹੋ ਗਏ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇੱਥੇ? ਅੱਜ ਸਾਨੂੰ ਇਸ ਧਰਨੇ ਦੇ ਉੱਤੇ ਪਹਿਲਾਂ ਅਸੀਂ ਇੱਥੋਂ ਪਹਿਲਾਂ ਆਏ ਤੇ 7 ਦਿਨ ਇਦੋਂ ਪਹਿਲਾਂ ਅੱਜ 8ਵਾਂ ਦਿਨ ਹੋ ਗਿਆ। ਲਗਾਤਾਰ ਇੱਥੇ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ। ਇਹ 8 ਦਿਨਾਂ ਦੇ ਵਿੱਚ ਸਾਨੂੰ ਇੱਥੋਂ ਦੇ
ਜਿਹੜੇ ਇਸ ਟੋਲ ਪਲਾਜ਼ੇ ਵਾਲੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ, ਕਹਿੰਦੇ ਵੀ ਸਾਨੂੰ 7 ਦਿਨ ਦੇ ਦਿਓ, ਅਸੀਂ 8ਵੇਂ ਦਿਨ ਕੋਈ ਨਾ ਕੋਈ ਇੱਥੋਂ ਹੀਲਾ ਕਰਾਂਗੇ। ਪਰ ਅੱਜ 8ਵਾਂ ਦਿਨ ਵੀ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਅੰਦਰ ਜਾ ਕੇ ਕੀ ਮੀਟਿੰਗ ਕਰਦੇ ਨੇ, ਇਹਦੇ ਵਿੱਚੋਂ ਕੀ ਸਿੱਟਾ ਨਿਕਲਦਾ ਹੈ। ਜੋ ਕੁਛ ਇਹਦੇ ਵਿੱਚ ਆਊਗਾ, ਜੇ ਸਾਡੇ ਹੱਕ ਦੇ ਵਿੱਚ ਨਾ ਚੀਜ਼ ਆਈ ਤਾਂ ਇਸ ਬਾਰੇ ਅਸੀਂ ਅੱਗੇ ਸੋਚ ਕੇ ਜੋ ਅਸੀਂ ਕੁਝ ਕਰਨਾ ਹੈ ਤਾਂ ਉਸ ਬਾਰੇ ਜਿਹੜੀ ਅੱਗੇ ਰਣਨੀਤੀ ਉਹ ਤਿਆਰ ਕਰਾਂਗੇ। ਕੀ ਤੁਹਾਡੇ ਕੋਲ ਧਰਨੇ ਦੇ ਵਿੱਚ ਕੋਈ ਪ੍ਰਸ਼ਾਸਕ ਅਧਿਕਾਰੀ ਜਾਂ ਕੋਈ ਸਰਕਾਰ ਵੱਲੋਂ ਨੁਮਾਇੰਦਾ ਪਹੁੰਚਾ ਤੁਹਾਡੇ ਕੋਲ ਦੱਸਣ ਵਾਸਤੇ? ਸਾਡੇ ਇਸ ਧਰਨੇ ਦੇ ਵਿੱਚ ਬੜੀ ਦੁੱਖ ਦੀ ਗੱਲ ਹੈ ਵੀ ਕੋਈ ਇੱਥੇ ਨਾ ਸਰਕਾਰੀ ਨਾ ਕੋਈ ਸਰਕਾਰ ਦਾ ਬੰਦਾ ਕੋਈ ਨਹੀਂ ਆਇਆ। ਇਸ ਕਰਕੇ ਸਾਨੂੰ ਇਹ ਦੁੱਖ ਹੈ। ਅਸੀਂ ਕਹਿੰਦੇ ਵੀ ਐਸਡੀਐਮ ਘੱਟ ਤੋਂ ਘੱਟ ਉਹ ਤਾਂ ਆਉਂਦਾ, ਕਿਉਂਕਿ ਉਹ ਮਾਲਕ ਹੈ ਤਹਿਸੀਲ ਦਾ। ਇਸ ਕਰਕੇ ਕੋਈ ਨਾ ਤਹਿਸੀਲਦਾਰ ਨਾ ਐਸਡੀਐਮ, ਕੋਈ ਨਾ ਸਰਕਾਰੀ, ਨਾ ਕੋਈ ਇੱਥੋਂ ਦਾ ਜਿਹੜਾ ਵਿਧਾਇਕ ਹੈ ਉਸ ਦਾ ਕੋਈ ਬੰਦਾ ਇੱਥੇ ਕੋਈ ਨਹੀਂ ਆਇਆ। ਅਗਰ ਤੁਹਾਡੀ ਸੁਣਵਾਈ ਇਸ ਧਰਨੇ ਦੇ ਵਿੱਚ ਨਹੀਂ ਹੁੰਦੀ ਫਿਰ ਤੁਹਾਡਾ ਅਗਲਾ ਸਟੈਪ ਜਿਹੜਾ ਹੈਗਾ ਉਹ ਕੀ ਹੋਊਗਾ? ਉਹ ਅਸੀਂ ਵਿਚਾਰ ਕੇ ਦੱਸਾਂਗੇ ਵੀ ਅਗਲਾ ਸਟੈਪ ਹੈ ਜਿਹੜਾ ਅਸੀਂ ਉਹ ਸਟੈਪ ਹੈ ਜਿਹੜਾ ਅਸੀਂ ਤਕੜੀ ਚੱਕਾਂਗੇ, ਕਿਉਂਕਿ ਛੋਟੇ-ਮੋਟੇ ਸਟੈਪਾਂ ਨਾਲ ਸਰਕਾਰ ਨਹੀਂ ਮੰਨ ਰਹੀ। ਹੋ ਸਕਦਾ ਵੀ ਅਸੀਂ ਸੜਕ ਵੀ ਜਾਮ ਕਰ ਦਈਏ।